ਸਮੇਂ ਦੇ ਨਾਲ-ਨਾਲ ਦੁਨੀਆ ਦੀ ਸੋਚ ਵੀ ਬਦਲਦੀ ਜਾ ਰਹੀ ਹੈ। ਆਲਮ ਇਹ ਹੋ ਚੁੱਕਿਆ ਹੈ ਕਿ ਇਨਸਾਨ ਰੱਬ ਦੀ ਹੋਂਦ ਦੇ ਉੱਤੇ ਵੀ ਉਂਗਲਾਂ ਚੁੱਕਦਾ ਹੈ। ਸ਼੍ਰੀ ਦਰਬਾਰ ਸਾਹਿਬ ਨੂੰ ਅੱਜ ਦੇ ਵਿਦਵਾਨ ਲੋਕ ਇੱਕ ਇਮਾਰਤ ਅਤੇ ਅੰਮ੍ਰਿਤ ਸਰੋਵਰ ਨੂੰ ਸਿਰਫ ਇੱਕ ਨਹਾਉਣ ਵਾਲੀ ਜਗ੍ਹਾ ਦੱਸਦੇ ਨੇ, ਉਹ ਵੀ ਸਿਰਫ ਝੂਠੀ ਪਬਲਿਸਿਟੀ ਪਾਉਣ ਵਾਸਤੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਦਰਬਾਰ ਸਾਹਿਬ ਪਵਿੱਤਰ ਅਸਥਾਨ ਦੇ ਉੱਤੇ ਵਿਸ਼ਵਾਸ ਰੱਖਣ ਵਾਲਿਆਂ ਤੇ ਹੋਈ ਕਿਰਪਾ ਬਾਰੇ ਪਤਾ ਲੱਗੇਗਾ। ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਉਹਨਾਂ ਲੋਕਾਂ ਦੇ ਲਈ ਸਹਾਈ ਹੁੰਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਤੋਂ ਉਮੀਦ ਖਤਮ ਹੋ ਚੁੱਕੀ ਹੁੰਦੀ ਹੈ, ਤੇ ਗੁਰੂ ਰਾਮਦਾਸ ਜੀ ਦਾ ਦਰਬਾਰ ਉਹਨਾਂ ਦੇ ਲਈ ਸਹਾਈ ਹੁੰਦਾ ਹੈ। ਲੁਧਿਆਣਾ ਸ਼ਹਿਰ ਦੇ ਵਸਨੀਕ ਨੇਕਰਾਮ ਇੱਕ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉੱਤੇ ਰੌਸ਼ਨੀ ਪਾਈ ਤੇ ਆਪਣੇ ਤੇ ਹੋਈ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਬਾਰੇ ਦੱਸਿਆ। ਨੇਕਰਾਮ ਜੀ ਕਹਿੰਦੇ ਹਨ ਕਿ ਮੈਂ 1976 ਨੂੰ ਲੁਧਿਆਣਾ ਦੇ ਵਿੱਚ ਕਰਨਾਲ ਤੋਂ ਆ ਕੇ ਵਸਿਆ ਅਤੇ ਇੱਥੇ ਚੌੜੇ ਬਾਜ਼ਾਰ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। 1978 ਦੇ ਵਿੱਚ ਮੈਂ ਕੱਪੜਿਆਂ ਦੀ ਫੜੀ ਲਗਾ ਕੇ ਕੰਮ ਕਰਦਾ ਸੀ ਤੇ ਹੌਲੀ-ਹੌਲੀ ਤਰੱਕੀ ਕਰ ਮੈਂ ਦੁਕਾਨ ਖੋਲ੍ਹ ਲਈ ਅਤੇ ਦੁਕਾਨ ਤੋਂ ਹੌਲੀ-ਹੌਲੀ 1998 ਤੱਕ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਸ਼ੋਰੂਮ ਖੋਲ੍ਹ ਲਿਆ ਅਤੇ ਆਪਣੀ ਆਰਥਿਕ ਸਥਿਤੀ ਵੀ ਕਾਫੀ ਮਜ਼ਬੂਤ ਕਰ ਲਈ। ਮੈਂ ਇੱਕ ਵੱਡਾ ਘਰ ਫਿਰੋਜ਼ਪੁਰ ਰੋਡ ਦੇ ਉੱਤੇ ਲਿਆ ਤੇ 2 ਹੋਰ ਸ਼ੋਰੂਮ ਉੱਥੇ ਹੀ ਖੋਲ੍ਹ ਲਏ। ਹੁਣ ਮੇਰੇ ਦੋਨੋਂ ਪੁੱਤਰ ਵੀ ਮੇਰੇ ਨਾਲ ਦੁਕਾਨਾਂ ਦੇ ਉੱਤੇ ਬੈਠਦੇ ਸੀ, ਪਰ ਸ਼ਾਇਦ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਮਾਂ ਬੀਤਿਆ ਤਾਂ ਮੇਰੀ ਘਰਵਾਲੀ ਬਿਮਾਰ ਹੋਈ। ਉਸ ਨੂੰ ਕੋਈ ਬਿਮਾਰੀ ਨਹੀਂ, ਕੁਝ ਹੋਰ ਹੀ ਕਿਹਾ ਜਾ ਸਕਦਾ ਸੀ। ਅਸਲ ਦੇ ਵਿੱਚ ਉਸ ਦੇ ਸਰੀਰ ਦੇ ਉੱਤੇ ਇੰਜ ਲਾਸ਼ਾਂ ਪੈ ਜਾਂਦੀਆਂ ਸੀ ਜਿਵੇਂ ਉਸ ਨੂੰ ਕਿਸੇ ਨੇ ਬਹੁਤ ਮਾਰਿਆ ਹੋਵੇ, ਤੇ ਦਰਦ ਦੇ ਨਾਲ ਸਾਰੀ ਰਾਤ ਜਾਗ ਕੇ ਕੱਟਦੀ ਸੀ। ਬਹੁਤ ਇਲਾਜ ਕਰਵਾਇਆ ਪਰ ਸ਼ਾਇਦ ਉਹ ਕੋਈ ਸਰੀਰਕ ਬਿਮਾਰੀ ਨਹੀਂ ਸੀ, ਤੇ ਅਜਿਹਾ ਹੀ ਮੇਰੇ ਵੱਡੇ ਲੜਕੇ ਦੇ ਨਾਲ ਹੋਣ ਲੱਗਿਆ ਤੇ ਹੌਲੀ-ਹੌਲੀ ਉਸ ਦੀਆਂ ਲੱਤਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਹ ਸਭ ਕੁਝ ਕੀ ਹੋ ਰਿਹਾ ਸੀ ਨਾ ਤਾਂ ਮੈਂ ਸਮਝ ਪਾ ਰਿਹਾ ਸੀ ਤੇ ਨਾ ਹੀ ਇਲਾਜ ਕਰਨ ਵਾਲੇ ਡਾਕਟਰ। ਅੱਜ ਵੀ CMC ਦੇ ਵਿੱਚ ਡਾਕਟਰ ਪ੍ਰਭਾਕਰਨ ਪ੍ਰੈਕਟਿਸ ਕਰਦੇ ਨੇ ਜਿਨ੍ਹਾਂ ਨੇ ਮੇਰੇ ਪਰਿਵਾਰ ਦਾ ਇਲਾਜ ਕੀਤਾ ਸੀ, ਤੇ ਉਹਨਾਂ ਖੁਦ ਕਿਹਾ ਸੀ ਕਿ ਤੁਹਾਡੇ ਪਰਿਵਾਰ ਦਾ ਸਰੀਰ ਬਿਲਕੁਲ ਠੀਕ ਹੈ, ਪਰ ਉਹ ਬਿਮਾਰੀ ਦਾ ਕਾਰਨ ਅੱਜ ਤੱਕ ਸਮਝ ਨਹੀਂ ਪਾਏ ਸੀ। ਫਿਰ ਹੋਰਨਾਂ ਥਾਵਾਂ ਦੇ ਉੱਤੇ ਇਲਾਜ ਕਰਵਾਉਣ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੋਇਆ, ਤੇ ਉਸ ਤੋਂ ਬਾਅਦ ਮੇਰੇ ਵੱਡੇ ਲੜਕੇ ਦੀ ਘਰਵਾਲੀ ਨੂੰ ਵੀ ਸੇਮ ਪ੍ਰੋਬਲਮ ਸ਼ੁਰੂ ਹੋਈ। ਇੰਜ ਲੱਗ ਰਿਹਾ ਸੀ ਕਿ ਇਹ ਛੂਤ ਦੀ ਬਿਮਾਰੀ ਦੇ ਵਾਂਗ ਮੇਰੇ ਘਰ ਵਾਲਿਆਂ ਦੇ ਵਿੱਚ ਫੈਲਦੀ ਜਾ ਰਹੀ ਹੈ। ਆਖਿਰ ਡਾਕਟਰਾਂ ਦਾ ਪਿੱਛਾ ਛੱਡ ਮੈਂ ਬਾਬਿਆਂ ਤੇ ਸਿਆਣਿਆਂ ਦਾ ਲੜ ਫੜ ਲਿਆ। ਘਰ ਦੇ ਵਿੱਚ ਹਵਨ ਕਰਵਾਏ, ਪੂਜਾ ਵੀ ਕਰਵਾਈ। ਕੁਝ ਕੁ ਦਿਨ ਠੀਕ ਰਹਿੰਦਾ ਸੀ, ਪਰ ਫਿਰ ਬਾਅਦ ਵਿੱਚ ਉਹੀ ਕੰਮ ਸ਼ੁਰੂ ਹੋ ਜਾਂਦਾ ਸੀ। ਫਿਰ ਇੱਕ ਦਿਨ ਸਾਡੇ ਗੁਆਂਢੀਆਂ ਨੇ ਸਾਨੂੰ ਦੁਬਿਧਾ ਦੇ ਵਿੱਚ ਦੇਖ ਕੇ ਕਿਹਾ ਕਿ ਸਮਰਾਲਾ ਚੌਂਕ ਦੇ ਕੋਲ ਹੀ ਇੱਕ ਫਕੀਰ ਬਾਬਾ ਰਹਿੰਦਾ ਹੈ ਜੋ ਇਹ ਸਾਰੇ ਇਲਮ ਜਾਣਦਾ ਹੈ, ਤੁਹਾਨੂੰ ਉਹਨਾਂ ਦੇ ਕੋਲ ਲੈ ਚੱਲਦੇ ਹਾਂ। ਮੈਂ ਉਹਨਾਂ ਦੀ ਗੱਲ ਮੰਨ ਕੇ ਉਸ ਬਾਬੇ ਦੇ ਕੋਲ ਪਹੁੰਚ ਗਿਆ। ਆਪਣੇ ਇਲਮ ਕਰਕੇ ਉਸਨੇ ਕਿਹਾ ਕਿ ਸਾਡੇ ਪਰਿਵਾਰ ਦੇ ਉੱਪਰ ਜਿੰਨ ਦਾ ਸਾਇਆ ਹੈ, ਉਸ ਨੂੰ ਭਜਾਉਣ ਵਾਸਤੇ 50,000 ਰੁਪਏ ਲੱਗਣਗੇ। ਮੈਂ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਪੈਸੇ ਦੇ ਦਿੱਤੇ ਤੇ ਮੈਂ ਵਾਪਸ ਘਰ ਆ ਗਿਆ। ਪਰ ਸ਼ਾਇਦ ਉਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਉਸ ਰਾਤ ਸਾਰੇ ਘਰ ਦੇ ਵਿੱਚੋਂ ਸਮੈਲ ਆਉਣ ਲੱਗੀ। ਸਮੈਲ ਵੀ ਅਜਿਹੀ ਜਿਵੇਂ ਕੋਈ ਮੁਰਦਾ ਜਲ ਰਿਹਾ ਹੋਵੇ। ਸਮੈਲ ਸਾਰੇ ਪਰਿਵਾਰ ਨੂੰ ਆ ਰਹੀ ਸੀ ਤੇ ਸਾਨੂੰ ਇੰਜ ਲੱਗਦਾ ਸੀ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਘੁੰਮ ਰਹੇ ਨੇ, ਤੇ ਇਹਨਾਂ ਚੀਜ਼ਾਂ ਨੇ ਸਾਨੂੰ ਬਹੁਤ ਡਰਾ ਕੇ ਰੱਖ ਦਿੱਤਾ। ਰਾਤਾਂ ਨੂੰ ਸੌਣਾ ਵੀ ਮੁਸ਼ਕਿਲ ਹੋ ਚੁੱਕਿਆ ਸੀ, ਤੇ ਫਿਰ ਘਰ ਤੋਂ ਬਾਹਰ ਵੀ ਅਜਿਹਾ ਹੀ ਲੱਗਦਾ ਸੀ ਕਿ ਮੇਰੇ ਨਾਲ ਕੋਈ ਘੁੰਮ ਰਿਹਾ ਹੈ। ਇੱਕ ਬੜੀ ਹੀ ਅਜੀਬ ਗੱਲ ਇਹ ਸੀ ਕਿ ਸਾਡੇ ਸਾਰੇ ਪਰਿਵਾਰ ਦੀ ਹਥੇਲੀਆਂ ਦੇ ਵਿੱਚੋਂ ਸੜਦੇ ਹੋਏ ਮੁਰਦੇ ਦੀ ਸਮੈਲ ਆਉਣ ਲੱਗੀ ਸੀ। ਚਾਹੇ ਆਪਾਂ ਜਿੰਨੇ ਮਰਜ਼ੀ ਹੱਥ ਧੋ ਲਈਏ, ਪਰ ਉਹ ਸਮੈਲ ਆਉਣੋਂ ਨਹੀਂ ਹਟਦੀ ਸੀ। ਹਾਰ ਕੇ ਮੈਂ ਘਰ ਹੀ ਬੈਠ ਗਿਆ। ਸਾਡੀਆਂ ਦੁਕਾਨਾਂ ਤੇ ਸ਼ੋਰੂਮ ਵੀ ਬੰਦ ਹੋ ਗਏ, ਤੇ ਫਿਰ ਉਹ ਸਮਾਂ ਆਇਆ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਾਡੇ ਪਰਿਵਾਰ ਦੇ ਉੱਤੇ ਹੋਣੀ ਸੀ। ਇੱਕ ਰਾਤ ਮੇਰੀ ਪਤਨੀ ਦੇ ਬਹੁਤ ਤੇਜ਼ ਦਰਦ ਹੋਈ ਤੇ ਇੱਕ ਇੰਜੈਕਸ਼ਨ ਲੈਣ ਵਾਸਤੇ ਮੈਂ ਮੈਡੀਕਲ ਸਟੋਰ ਤੇ ਗਿਆ। ਰਾਤ ਦੇ 11 ਵਜੇ ਦਾ ਟਾਈਮ ਸੀ। ਸਾਡੇ ਇਲਾਕੇ ਦੇ ਵਿੱਚ ਇੱਕੋ ਮੈਡੀਕਲ ਸਟੋਰ ਖੁੱਲ੍ਹਾ ਸੀ ਤੇ ਉਹ ਵੀ ਬੰਦ ਹੋਣ ਜਾ ਰਿਹਾ ਸੀ। ਮੈਂ ਦੇਖਿਆ ਕਿ ਇੱਕ 25 ਸਾਲਾਂ ਦਾ ਸਿੱਖ ਨੌਜਵਾਨ ਦੁਕਾਨਦਾਰ ਸੀ। ਮੈਂ ਉਸ ਨੂੰ ਰਿਕਵੈਸਟ ਕੀਤੀ ਤਾਂ ਉਸਨੇ ਮੈਨੂੰ ਇੰਜੈਕਸ਼ਨ ਦੇ ਦਿੱਤਾ। ਉਸ ਸਿੱਖ ਨੌਜਵਾਨ ਨੇ ਮੈਨੂੰ ਪੁੱਛਿਆ ਕਿ ਇਹ ਇੰਜੈਕਸ਼ਨ ਕੌਣ ਲਗਾਵੇਗਾ। ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਉਸ ਸਿੱਖ ਨੌਜਵਾਨ ਨੇ ਕਿਹਾ ਕਿ ਚਲੋ ਮੈਂ ਲਗਾ ਦਿੰਦਾ ਹਾਂ। ਉਹ ਨੌਜਵਾਨ ਜਦੋਂ ਸਾਡੇ ਘਰ ਆਇਆ ਤਾਂ ਉਸਨੇ ਟੀਕਾ ਲਗਾਇਆ ਤੇ ਬਾਅਦ ਵਿੱਚ ਕਹਿਣ ਲੱਗਿਆ ਕਿ ਤੁਹਾਡੇ ਘਰ ਦੇ ਵਿੱਚੋਂ ਬਹੁਤ ਹੀ ਅਜੀਬ ਸਮੈਲ ਆ ਰਹੀ ਹੈ। ਉਸਨੇ ਦੇਖਿਆ ਕਿ ਇੱਕੋ ਘਰ ਦੇ ਵਿੱਚ 4 ਮਰੀਜ਼ ਇੱਕੋ ਤਰ੍ਹਾਂ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ। ਇਹ ਸਭ ਕੁਝ ਦੇਖ ਕੇ ਮੈਂ ਉਸ ਲੜਕੇ ਨੂੰ ਆਪਣੀ ਸਾਰੀ ਗੱਲ ਦੱਸੀ। ਮੇਰੀ ਸਾਰੀ ਗੱਲ ਸੁਣ ਕੇ ਉਹ ਲੜਕਾ ਮੁਸਕਰਾਉਣ ਲੱਗਿਆ ਅਤੇ ਕਿਹਾ ਕਿ ਜਿਸ ਦਾ ਕੋਈ ਸਹਾਰਾ ਨਹੀਂ ਹੁੰਦਾ, ਉਹਨਾਂ ਦਾ ਗੁਰੂ ਰਾਮਦਾਸ ਸਾਹਿਬ ਸਹਾਰਾ ਹੁੰਦੇ ਨੇ। ਉਸਨੇ ਕਿਹਾ ਕਿ ਅੱਜ ਸ਼ਨੀਵਾਰ ਹੈ, ਮੈਂ ਕੱਲ ਐਤਵਾਰ ਵਾਲੇ ਦਿਨ ਦਰਬਾਰ ਸਾਹਿਬ ਜਾਵਾਂਗਾ, ਤੁਸੀਂ ਵੀ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਮੇਰੇ ਨਾਲ ਚੱਲੋ। ਮੈਂ ਉਸ ਨੌਜਵਾਨ ਲੜਕੇ ਨੂੰ ਆਪਣੀ ਗੱਡੀ ਦੇ ਵਿੱਚ ਚੱਲਣ ਦੀ ਸਲਾਹ ਦਿੱਤੀ। ਮੈਂ ਤੇ ਮੇਰਾ ਸਾਰਾ ਪਰਿਵਾਰ ਉਸ ਲੜਕੇ ਦੇ ਨਾਲ ਦਰਬਾਰ ਸਾਹਿਬ ਅਗਲੇ ਦਿਨ ਚਲੇ ਗਏ। ਦਰਬਾਰ ਸਾਹਿਬ ਐਂਟਰ ਕੀਤਾ
ਤੇ ਸਾਰੇ ਪਰਿਵਾਰ ਨੇ ਇਸ਼ਨਾਨ ਕੀਤਾ। ਵੀਲਚੇਅਰ ਦੇ ਉੱਪਰ ਹੀ ਮੇਰੇ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ। ਅੰਦਰ ਕੀਰਤਨ ਸੁਣਨ ਤੋਂ ਬਾਅਦ ਆਪਾਂ ਲੰਗਰ ਘਰ ਗਏ। ਉੱਥੇ ਲੰਗਰ ਛਕਣ ਤੋਂ ਬਾਅਦ ਉਹ ਨੌਜਵਾਨ ਬਰਤਨਾਂ ਦੀ ਸੇਵਾ ਕਰਨ ਲੱਗਿਆ। ਉਸ ਨੂੰ ਦੇਖ ਕੇ ਮੈਂ ਵੀ ਉੱਥੇ ਸੇਵਾ ਕਰਨੀ ਸ਼ੁਰੂ ਕੀਤੀ। ਨਾਲ ਮੇਰੀ ਪਤਨੀ ਨੇ ਵੀ ਵੀਲਚੇਅਰ ਤੇ ਬੈਠ ਕੇ ਸਬਜ਼ੀ ਕੱਟਣ ਦੀ ਸੇਵਾ ਕੀਤੀ। ਤੇ ਫਿਰ ਸ਼ਾਮ ਨੂੰ ਜਦੋਂ ਵਾਪਸ ਘਰ ਆਉਣ ਲੱਗੇ ਤਾਂ ਮੇਰੇ ਮਨ ਦੇ ਅੰਦਰ ਇੱਕ ਸਕੂਨ ਤਾਂ ਸੀ, ਪਰ ਕਿਤੇ ਨਾ ਕਿਤੇ ਇਹ ਵੀ ਗੱਲ ਸੀ ਕਿ ਪਤਾ ਨਹੀਂ ਕੋਈ ਕਿਰਪਾ ਹੋਵੇਗੀ ਜਾਂ ਨਹੀਂ। ਐਨੇ ਨੂੰ ਮੇਰੀ ਪਤਨੀ ਨੇ ਕਿਹਾ ਕਿ ਦੇਗ ਪ੍ਰਸ਼ਾਦ ਖਰਾਬ ਨਾ ਹੋ ਜਾਵੇ, ਆਪਾਂ ਸਾਰੇ ਛਕ ਲੈਂਦੇ ਹਾਂ। ਜਦੋਂ ਮੈਂ ਸਾਰਿਆਂ ਨੂੰ ਦੇਗ ਪ੍ਰਸ਼ਾਦ ਦਿੱਤਾ ਤਾਂ ਮੈਂ ਉਸ ਸਮੇਂ ਇੱਕ ਗੱਲ ਨੋਟਿਸ ਕੀਤੀ ਕਿ ਸਾਡੇ ਹੱਥਾਂ ਦੇ ਵਿੱਚੋਂ ਕੋਈ ਵੀ ਸਮੈਲ ਨਹੀਂ ਆ ਰਹੀ। ਮੈਂ ਆਪਣੀ ਪਤਨੀ ਤੇ ਲੜਕੇ ਨੂੰ ਚੈੱਕ ਕਰਨ ਵਾਸਤੇ ਕਿਹਾ। ਜਦੋਂ ਉਹਨਾਂ ਨੇ ਵੀ ਦੇਖਿਆ ਤਾਂ ਮੇਰੀ ਪਤਨੀ ਦੇ ਹੱਥ ਦੇ ਵਿੱਚੋਂ ਵੀ ਕੋਈ ਸਮੈਲ ਨਹੀਂ ਆ ਰਹੀ ਸੀ। ਇੱਕ ਵਿਸ਼ਵਾਸ ਮੇਰੇ ਅੰਦਰ ਬਣ ਚੁੱਕਿਆ ਸੀ। ਆਪਾਂ ਆਪਣੇ ਘਰ ਆਏ। ਸਾਰੇ ਘਰ ਦੇ ਵਿੱਚ ਆਪਾਂ ਅੰਮ੍ਰਿਤ ਜਲ ਦੇ ਛਿੱਟੇ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਘਰ ਦੇ ਵਿੱਚੋਂ ਵੀ ਕੋਈ ਸਮੈਲ ਆਉਣੀ ਬੰਦ ਹੋ ਚੁੱਕੀ ਸੀ, ਜੋ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਆ ਰਹੀ ਸੀ। ਉਹ ਰਾਤ ਆਪਾਂ ਚੈਨ ਦੇ ਨਾਲ ਸੁੱਤੇ ਤੇ ਨਾ ਹੀ ਸਾਨੂੰ ਕੋਈ ਡਰ ਲੱਗਿਆ। ਹੁਣ ਮੈਨੂੰ ਤੇ ਮੇਰੇ ਪਰਿਵਾਰ ਨੂੰ ਰਸਤਾ ਮਿਲ ਚੁੱਕਿਆ ਸੀ ਤੇ ਮੈਂ ਅਗਲੇ ਦਿਨ ਆਪਣੇ ਸਾਰੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਪਹੁੰਚਿਆ। ਮੇਰੇ ਸਾਰੇ ਪਰਿਵਾਰ ਨੇ ਇਸ਼ਨਾਨ ਕੀਤਾ ਤੇ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਮੇਰੀ ਪਤਨੀ ਤੇ ਲੜਕੇ ਨੇ ਹੁਣ ਖੁਦ ਚੱਲ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਸੀ, ਜੋ ਕਿ ਪਿਛਲੇ ਦਿਨ ਉਹਨਾਂ ਨੇ ਵੀਲਚੇਅਰ ਦੇ ਉੱਤੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਸੀ। ਤੇ ਹੁਣ ਇਸ ਵੇਲੇ ਸਾਡੇ ਅੰਦਰ ਕੋਈ ਡਰ ਵੀ ਨਹੀਂ ਸੀ। ਆਪਾਂ ਅੰਦਰ ਜਾ ਕੇ ਸ਼ਬਦ ਕੀਰਤਨ ਸੁਣਿਆ, ਲੰਗਰ ਦੀ ਸੇਵਾ ਕੀਤੀ ਤੇ ਇੱਕ ਹਫ਼ਤਾ ਆਪਾਂ ਉੱਥੇ ਰਹਿ ਕੇ ਸੇਵਾ ਕੀਤੀ। ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਡਿਊਟੀ ਸਾਹਿਬ ਦੇ ਬਾਹਰ ਕਪਾਟ ਖੁੱਲ੍ਹਣ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਚੱਲ ਰਹੀ ਸੀ ਤਾਂ ਪਾਠ ਕਰਦੇ ਕਰਦੇ ਮੇਰੀ ਅੱਖ ਲੱਗ ਗਈ। ਮੇਰਾ ਪਰਿਵਾਰ ਵੀ ਉੱਥੇ ਹੀ ਸੀ। ਸੁਪਨੇ ਦੇ ਵਿੱਚ ਮੈਨੂੰ ਇੰਜ ਸਾਫ਼ ਦਿਖਾਈ ਦਿੱਤਾ ਕਿ ਸਾਡੇ ਗੁਆਂਢੀ ਉਸੀ ਬਾਬੇ ਦੇ ਨਾਲ ਰਲ ਕੇ ਸਾਡੇ ਗਾਰਡਨ ਦੇ ਵਿੱਚ ਕੋਈ ਚੀਜ਼ ਦੱਬ ਰਹੇ ਨੇ। ਅਚਾਨਕ ਹੀ ਮੇਰੀ ਅੱਖ ਖੁੱਲੀ ਤੇ ਮੈਂ ਬਿਲਕੁਲ ਡਰ ਗਿਆ। ਤੇ ਫਿਰ ਆਪਾਂ ਘਰ ਵਾਪਸ ਆਉਣ ਲੱਗੇ ਤਾਂ ਮੈਂ ਫਿਰ ਘਰ ਵਾਪਸ ਆਉਂਦੇ ਆਪਣੇ ਪਰਿਵਾਰ ਦੇ ਨਾਲ ਉਹ ਸੁਪਨੇ ਵਾਲੀ ਗੱਲ ਕੀਤੀ। ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਇਹੀ ਸੁਪਨਾ ਮੈਨੂੰ ਵੀ ਦੱਸਿਆ, ਜਿਸ ਦੀ ਕੱਲੀ ਗੱਲ ਮੇਰੇ ਸੁਪਨੇ ਦੇ ਨਾਲ ਮਿਲ ਰਹੀ ਸੀ। ਹੁਣ ਤੱਕ ਇਹ ਸਿਰਫ ਸੁਪਨਾ ਨਹੀਂ ਰਿਹਾ ਸੀ। ਘਰ ਦੇ ਵਿੱਚ ਪਹੁੰਚਦਿਆਂ ਹੀ ਆਪਾਂ ਗਾਰਡਨ ਦੇ ਵਿੱਚ ਪਹਿਲਾਂ ਉਸ ਅੰਮ੍ਰਿਤ ਜਲ ਦੇ ਛਿੱਟੇ ਦਿੱਤੇ ਤੇ ਫਿਰ ਉਸੇ ਜਗ੍ਹਾ ਨੂੰ ਪੁੱਟ ਕੇ ਦੇਖਿਆ ਜੋ ਆਪਾਂ ਸਾਰਿਆਂ ਨੇ ਸੁਪਨੇ ਦੇ ਵਿੱਚ ਦੇਖੀ ਸੀ। ਤਾਂ ਉਸ ਵੇਲੇ ਸਾਡੇ ਸਾਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਸਾਡੇ ਗਾਰਡਨ ਦੇ ਵਿੱਚੋਂ ਇੱਕ ਸਵਾਦ ਦੇ ਨਾਲ ਭਰਿਆ ਹੋਇਆ ਕੁੱਜਾ ਨਿਕਲਿਆ। ਆਪਾਂ ਉਸ ਕੁੱਜੇ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿਸ਼ਵਾਸ ਰੱਖ ਕੇ ਇਸ ਗੱਲ ਨੂੰ ਭੁੱਲ ਗਏ। ਹੁਣ ਮੇਰਾ ਸਾਰਾ ਪਰਿਵਾਰ ਬਿਲਕੁਲ ਠੀਕ ਹੈ ਤੇ ਹਰ ਐਤਵਾਰ ਮੈਂ ਤੇ ਮੇਰਾ ਸਾਰਾ ਪਰਿਵਾਰ ਦਰਬਾਰ ਸਾਹਿਬ ਜਾ ਕੇ ਸੇਵਾ ਕਰਦੇ ਹਨ। ਪਰ ਇੱਥੇ ਇੱਕ ਗੱਲ ਸੱਚ ਹੋ ਗਈ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਉੱਤੇ ਪ੍ਰਤੱਖ ਕਿਰਪਾ ਵਰਸਦੀ ਹੈ, ਜੋ ਹਰ ਤਰ੍ਹਾਂ ਦੇ ਦੁਖੀਆਂ ਦਾ ਸਹਾਰਾ ਬਣਦੀ ਹੈ। ਜ਼ਰੂਰਤ ਹੈ ਵਿਸ਼ਵਾਸ, ਸ਼ਰਧਾ ਅਤੇ ਪਿਆਰ ਦੀ।